ਪੰਜਾਬੀ ਟ੍ਰਿਬਿਊਨ ਦੇ ਪਾਠਕਾਂ ਨੂੰ ਨਵਾਂ ਸਾਲ ਮੁਬਾਰਕ। ਪੰਜਾਬੀ ਟ੍ਰਿਬਿਊਨ ਦੇ ਪਾਠਕ ਜਾਣਦੇ ਹੀ ਨੇ ਕਿ ਪਿਛਲਾ ਸਾਲ ਕਿਸਾਨ ਅੰਦੋਲਨ ਦੇ ਨਾਮ ਰਿਹਾ। ਪੰਜਾਬ ਦੇ ਕਿਸਾਨਾਂ ਨੇ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਇਹ ਅੰਦੋਲਨ ਕੋਈ 2020 ਦੇ ਅੱਧ ਵਿਚਕਾਰ ਸ਼ੁਰੂ ਕੀਤਾ ਸੀ ਔਰ 26 ਨਵੰਬਰ 2020 ਨੂੰ ਇਹ ਇੱਕ ਨਵੀਂ ਮੰਜ਼ਿਲ 'ਤੇ ਪਹੁੰਚਿਆ ਜਦ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਸਿੰਘੂ ਅਤੇ ਟਿਕਰੀ ਦੇ ਬਾਰਡਰਾਂ 'ਤੇ ਜਾ ਕੇ ਡੇਰੇ ਲਾ ਲਏ। ਇਸ ਅੰਦੋਲਨ ਨੇ ਪੰਜਾਬ ਦੇ ਕਿਸਾਨਾਂ ਨੂੰ, ਬਾਕੀ ਵਰਗਾਂ ਦੇ ਲੋਕਾਂ ਨੂੰ, ਵਿਦਿਆਰਥੀਆਂ ਨੂੰ, ਨੌਜਵਾਨਾਂ ਨੂੰ, ਔਰਤਾਂ ਨੂੰ, ਸਾਰਿਆਂ ਨੂੰ ਊਰਜਿਤ ਕੀਤਾ, ਉਹਨਾਂ ਨੂੰ ਵੰਗਾਰਿਆ ਅਤੇ ਪੰਜਾਬ ਨੂੰ ਉਦਾਸੀ ਅਤੇ ਉਪਰਾਮਤਾ ਦੇ ਉਸ ਆਲਮ 'ਚੋਂ ਬਾਹਰ ਕੱਢਿਆ ਜਿੱਥੇ ਉਹ ਕਈ ਦਹਾਕਿਆਂ ਤੋਂ ਨਸ਼ਿਆਂ ਦੇ ਫੈਲਾਅ ਕਾਰਨ, ਰਿਸ਼ਵਤਖੋਰੀ ਕਾਰਨ, ਪਰਿਵਾਰਵਾਦ ਕਾਰਨ ਅਤੇ ਹੋਰਨਾਂ ਕਈ ਕਾਰਨਾਂ ਕਰਕੇ ਉਹਨਾਂ ਦੇ ਵਿੱਚ ਇਹੋ ਜਿਹੇ ਜਿਹੜੀਆਂ ਚਿੰਨ੍ਹ ਸੀ, ਉਹ ਇਹੋ ਜਿਹੀ ਜਿਹੜੀਆਂ ਅਲਾਮਤਾਂ ਸੀ, ਪੰਜਾਬ ਦੇ ਜੀਵਨ ਦੀਆਂ ਅਲਾਮਤਾਂ ਬਣ ਗਈਆਂ ਸੀ। ਕਿਸਾਨ ਅੰਦੋਲਨ ਦੇ ਨਾਲ ਨੇ ਪੰਜਾਬ ਦੇ ਗਾਇਕਾਂ ਨੂੰ, ਪੰਜਾਬ ਦੇ ਲੇਖਕਾਂ ਨੂੰ, ਪੰਜਾਬ ਦੇ ਰੰਗ ਕਰਮੀਆਂ ਨੂੰ, ਸਾਰਿਆਂ ਨੂੰ ਨਵਾਂ ਉਤਸ਼ਾਹ ਦਿੱਤਾ, ਨਵੀਂ ਹਿੰਮਤ ਅਤੇ ਹੌਸਲਾ ਦਿੱਤਾ ਅਤੇ ਇਹ ਅੰਦੋਲਨ ਪੰਜਾਬ ਦੇ ਸੱਭਿਆਚਾਰ ਦੀ ਪੁਨਰ ਸਿਰਜਣਾ ਦਾ ਪੁਰਬ ਵੀ ਹੋਰ ਨਿਬੜਿਆ। ਇਸ ਵਿੱਚ ਪੰਜਾਬ ਦੇ ਲੇਖਕਾਂ ਨੇ ਵੱਡੀ ਭੂਮਿਕਾ ਨਿਭਾਈ ਔਰ ਉਹਨਾਂ ਦੇ ਵਿੱਚੋਂ ਸਾਡੇ ਸਿਰਮੌਰ ਸ਼ਾਇਰ ਸੁਰਜੀਤ ਪਾਤਰ ਹੋਰਾਂ ਨੇ ਵੀ ਇਹਦੇ ਵਿੱਚ ਆਪਣਾ ਯੋਗਦਾਨ ਪਾਇਆ। ਅੱਜ ਸਾਡੇ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸੁਰਜੀਤ ਪਾਤਰ ਹੋਣੀ ਪੰਜਾਬੀ ਟ੍ਰਿਬਿਊਨ ਦੇ ਵਿਹੜੇ ਆਏ ਨੇ। ਮੈਂ ਉਹਨਾਂ ਨੂੰ ਖੁਸ਼ ਆਮਦੀਦ ਕਹਿੰਦਾ ਅਤੇ ਬਹੁਤ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ। ਅਤੇ ਉਹਨਾਂ ਦੀ ਕਿਤਾਬ ਜਿਹੜੀ ਹੈ, ਇਹ ਬਾਤ ਨਿਰੀ ਇੰਨੀ ਹੀ ਨਹੀਂ, ਇਹ ਕਿਸਾਨ ਅੰਦੋਲਨ ਦੇ ਨਾਲ ਸੰਬੰਧਿਤ ਇਹਦੇ ਵਿੱਚ ਲੇਖ ਨੇ ਔਰ ਇਹਦੇ ਵਿੱਚ ਕਵਿਤਾਵਾਂ ਨੇ ਜਿਹੜੀਆਂ ਉਹਨਾਂ ਨੇ ਕਿਸਾਨ ਅੰਦੋਲਨ ਦੇ ਬਾਰੇ ਲਿਖੀਆਂ। ਪਹਿਲਾਂ ਤਾਂ ਮੈਂ ਉਹਨਾਂ ਨੂੰ ਫਿਰ ਦੁਬਾਰਾ ਧੰਨਵਾਦ ਕਰਦਾ ਅਤੇ ਉਹਨਾਂ ਨੂੰ ਖੁਸ਼ ਆਮਦੀਦ ਕਹਿੰਦਾ ਅਤੇ ਮੈਂ ਇਹ ਕਹਾਂਗਾ ਕਿ ਉਹ ਇਹਦੇ ਬਾਰੇ ਕੁਝ ਸ਼ਬਦ ਕਿਸਾਨ ਅੰਦੋਲਨ ਬਾਰੇ ਅਤੇ ਇਸ ਕਿਤਾਬ ਬਾਰੇ ਕਹਿਣ। ਪਹਿਲਾਂ ਤਾਂ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਕਿ ਮੈਂ ਅੱਜ ਪੰਜਾਬੀ ਟ੍ਰਿਬਿਊਨ ਦੇ ਦਫ਼ਤਰ 'ਚ ਹਾਂ ਔਰ ਜਿਹੜੀ ਮੈਂ ਕਿਤਾਬ ਸਵਰਾਜ ਵੀਰ ਨੂੰ ਅੱਜ ਭੇਟ ਕਰਨ ਆਇਆ, ਇਹ ਬਾਤ ਮੇਰੀ ਇੰਨੀ ਹੀ ਨਹੀਂ। ਇਹਦੇ ਸਾਰੇ ਲੇਖ ਅਤੇ ਕਵਿਤਾਵਾਂ ਪਹਿਲੋਂ ਪਹਿਲ ਪੰਜਾਬੀ ਟ੍ਰਿਬਿਊਨ ਵਿੱਚ ਹੀ ਛਪੀਆਂ। ਬਹੁਤ ਰੀਝ ਨਾਲ ਅਤੇ ਬਹੁਤ ਸੋਝ ਨਾਲ ਇਹਨਾਂ ਦੀ ਪ੍ਰਕਾਸ਼ਨਾ ਹੋਈ ਔਰ ਜਿਸ ਤਰ੍ਹਾਂ ਪੰਜਾਬੀ ਟ੍ਰਿਬਿਊਨ ਜੁੜਿਆ ਰਿਹਾ ਇਸ ਸਾਰੇ ਸੰਘਰਸ਼ ਨਾਲ, ਉਹ ਆਪਣੇ ਆਪ 'ਚ ਇੱਕ ਬਹੁਤ ਵੱਡਾ ਯੋਗਦਾਨ ਆ ਕਿ ਹਰ ਸਵੇਰ ਪੰਜਾਬੀ ਟ੍ਰਿਬਿਊਨ 'ਚ ਇਹੋ ਜਿਹਾ ਕੁਛ ਨਾ ਕੁਛ ਜ਼ਰੂਰ ਹੁੰਦਾ ਸੀ ਕਿਸਾਨ ਲਹਿਰ ਬਾਰੇ, ਜਿਹੜਾ ਸਾਨੂੰ ਲਗਾਤਾਰ ਨਾਲ ਜੋੜੀ ਰੱਖਦਾ ਸੀ। ਔਰ ਜਿਸ ਤਰ੍ਹਾਂ ਸਵਰਾਜ ਵੀਰ ਹੋਰਾਂ ਨੇ ਦੱਸਿਆ ਹੀ ਹੈ ਕਿ ਜਿਹੜਾ ਪੰਜਾਬ ਦੀ ਹਾਲਤ ਜੋ ਇਸ ਸੰਘਰਸ਼ ਤੋਂ ਪਹਿਲਾਂ ਸੀ, ਉਹ 'ਚ ਬਹੁਤ ਉਦਾਸੀ ਅਤੇ ਨਿਰਾਸ਼ਾ ਅਤੇ ਇੱਕ ਦੁੱਖ ਵੀ ਸੀ ਜਾਂ ਵਹਿਬਤਾਂ ਵੀ ਪੈਦਾ ਹੋ ਗਈਆਂ ਸੀ। ਤੋ ਮੈਂ ਕਦੇ ਕਿਹਾ ਸੀ ਕਿ ਪੰਜਾਬ ਬਾਰੇ ਕਿ ਇੱਥੋਂ ਕੁੱਲ ਪਰਿੰਦੇ ਹੀ ਉੜ ਗਏ, ਇੱਥੇ ਮੇਘ ਆਉਂਦੇ ਵੀ ਮੁੜ ਗਏ, ਇੱਥੇ ਕਰਨ ਅੱਜ ਕੱਲ੍ਹ ਬਿਰਖ ਵੀ ਕਿਤੇ ਹੋਰ ਜਾਣ ਦੇ ਮਸ਼ਵਰੇ, ਕਿ ਦਰਖਤ ਵੀ ਕਿਤੇ ਹੋਰ ਜਾਣ ਦੀਆਂ ਸਲਾਹਾਂ। ਇੰਨਾ ਉਦਾਸੀ ਦਾ ਆਲਮ ਉਦਾਸੀ ਆਲਮ ਸੀ ਔਰ ਇਸ ਧਰਤੀ ਤੋਂ ਜਿੱਦਾਂ ਹਰ ਕੋਈ ਜਾਣਾ ਹੀ ਚਾਹੁੰਦਾ ਸੀਗਾ ਕਿ ਰੁੱਖ ਵਿੱਚ ਜਾਣਾ ਚਾਹੁੰਦੇ ਸੀ। ਤੋ ਉਹਨਾਂ ਸਮਿਆਂ 'ਚ ਉਹ ਲਹਿਰ ਉੱਠੀ। ਮੈਨੂੰ ਲੱਗਾ ਕਿ ਰੁੱਖ ਤੁਰੇ ਤਾਂ ਸਹੀ, ਪਰ ਉਹ ਤੁਰੇ ਕਿਸ ਤਰ੍ਹਾਂ ਕ੍ਰੀਏਟਿਵ ਤਰੀਕੇ ਨਾਲ ਔਰ ਦਿੱਲੀ ਦੇ ਬਾਰਡਰਾਂ ਵੱਲ ਨੂੰ ਤੁਰੇ ਕਿ ਜਿਹੜੀ ਰੁੱਖਾਂ ਦੇ ਤੁਰਨ ਦੀ ਤਾਂ ਗੱਲ ਸੱਚੀ ਹੋਈ, ਲੇਕਿਨ ਉਹ ਇੱਕ ਬਹੁਤ ਹਾਮੁਖੀ ਤਰੀਕੇ ਨਾਲ ਉਹਦੀ ਸ਼ੁਰੂਆਤ ਹੋਈ ਔਰ ਇੱਕ ਲਹਿਰ ਬਣੀ, ਜਿਸ ਲਹਿਰ ਨੇ ਬਹੁਤ ਧੋਣੇ ਧੋਤੇ
ਔਰ ਸਭ ਤੋਂ ਵੱਡੀ ਗੱਲ ਇਹ ਕੀਤੀ ਕਿ ਜੋ ਸਾਡੀ ਲੁਕਾਈ ਦੇ ਦਿਲਾਂ 'ਤੇ ਇਹ ਡੂੰਘੇ ਮਾਯੂਸੀ ਦੇ ਹਰਫ ਲਿਖੇ ਹੋਏ ਸੀ ਕਿ ਤੇ ਕੁਝ ਚੰਗਾ ਨਹੀਂ ਹੋ ਸਕਦਾ, ਉਹ ਉਹਨਾਂ ਲਫ਼ਜ਼ਾਂ ਨੂੰ ਖੋਰ ਦਿੱਤਾ। ਔਰ ਅਸੀਂ ਇੱਕ ਨਵੇਂ ਪੂਰਬ ਕਿਸਾਨ ਲਹਿਰ ਜੋ ਵਕਤ ਸੀ ਅਤੇ ਜਿਹੜਾ ਉੱਤਰ ਕਿਸਾਨ ਲਹਿਰ ਵਕਤ ਹੈ, ਉਹ 'ਚ ਅਸੀਂ ਆਪਣੇ ਆਪ ਨੂੰ ਵੱਖਰੇ ਮਹਿਸੂਸ ਕਰਦੇ ਹਾਂ। ਅਸੀਂ ਵੱਧ ਆਸ ਦੇ ਭਰੇ ਹੋਏ ਹਾਂ, ਸਾਡੇ 'ਚ ਵੱਧ ਪੌਰਖ ਸਾਂਝੀਵਾਲਤਾ ਔਰ ਵੱਧ ਸਾਡੀ ਨਜ਼ਰ ਜਿਹੜੀ ਆ ਅੱਗੇ ਤੋਂ ਅਸੀਂ ਵੱਧ ਦੇਖ ਸਕਦੇ ਹਾਂ, ਦੂਰ ਤੱਕ ਦੇਖ ਸਕਦੇ ਹਾਂ। ਔਰ ਇਹ ਬਹੁਤ ਵੱਡੀਆਂ ਇੱਕ ਫਤਿਹ ਦੇ ਵਿੱਚ ਅਨੇਕ ਫਤਿਹ ਮੈਂ ਮਹਿਸੂਸ ਕਰਦਾ ਕਿ ਕਿਸਾਨ ਲਹਿਰ ਵਿੱਚ ਇਸ ਜਿੱਤ ਵਿੱਚ ਅਨੇਕ ਜਿੱਤਾਂ ਨੇ, ਅਸੀਂ ਬਹੁਤ ਜਿੱਤਾਂ ਗਿਣ ਸਕਦੇ ਹਾਂ। ਤੋ ਜਿਨ੍ਹਾਂ ਵਿੱਚ ਸਭ ਤੋਂ ਵੱਡੀ ਗੱਲ ਇਹੀ ਆ ਕਿ ਸਾਰਾ ਮੁਲਕ ਜਿਵੇਂ ਇੱਦਾਂ ਹੋ ਚੁੱਕਾ ਸੀ ਕਿ ਕਿਤਿਓਂ ਕੋਈ ਆਵਾਜ਼ ਨਹੀਂ ਉੱਠਦੀ ਸੀ। ਤੋ ਜਿਵੇਂ ਮੁਹੰਮਦ ਇਕਬਾਲ ਹੋਰਾਂ ਨੇ ਤਾਂ ਗੁਰੂ ਨਾਨਕ ਸਾਹਿਬ ਬਾਰੇ ਸ਼ਬਦ ਕਿਹਾ ਸੀ ਕਿ ਫਿਰ ਉੱਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦੇ ਕਾਮਲ ਨੇ ਜਗਾਇਆ ਖਾਬ ਸੇ। ਤੋ ਇੱਦਾਂ ਹੀ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਨੇ ਵੀ ਉਹ ਆਪਣੇ ਗੁਰੂ ਦੇ ਆਗਮਨ ਦੇ ਸਮਝ ਲਓ ਉਹਦੇ ਅਸਰ ਵਾਂਗ ਹੀ ਇੱਕ ਇਹੋ ਜਿਹਾ ਕੰਮ ਕੀਤਾ ਕਿ ਇੱਕ ਤੌਹੀਦ ਕੀ ਆਵਾਜ਼ ਪੰਜਾਬ ਤੋਂ ਉੱਠੀ, ਜਿਹਨੇ ਹਰਿਆਣੇ ਨੂੰ, ਉੱਤਰ ਪ੍ਰਦੇਸ਼ ਨੂੰ ਔਰ ਹੋਰ ਬਹੁਤ ਸਾਰੇ ਪ੍ਰਾਂਤਾਂ ਨੂੰ ਆਪਣੇ ਨਾਲ ਜੋੜਿਆ ਔਰ ਇੱਕ ਬਹੁਤ ਮਹਾਂ ਲਹਿਰ ਦੇ ਰੂਪ 'ਚ ਇੱਕ ਅਦੁੱਤੀ ਲਹਿਰ ਪੈਦਾ ਹੋਈ। ਤੋ ਜਿਸ ਨੇ ਮੈਨੂੰ ਵੀ ਨਾਲ ਲਗਾਤਾਰ ਜੋੜੀ ਰੱਖਿਆ, ਟ੍ਰਿਬਿਊਨ ਕਰਕੇ ਵੀ, ਉਸ ਲਹਿਰ ਕਰਕੇ ਵੀ। ਤੋ ਅੱਜ ਮੈਂ ਉਸ ਅਖਬਾਰ ਦੇ ਦਫ਼ਤਰ 'ਚ, ਉਹਦੇ ਸਟੂਡੀਓ 'ਚ ਹਾਂ। ਮੈਂ ਆਪਣੇ ਆਪ ਨੂੰ ਸਨਮਾਨਿਤ ਅਤੇ ਬਹੁਤ ਮਾਣ ਮਹਿਸੂਸ ਕਰਦਾ। ਔਰ ਇਸ ਲਹਿਰ ਦੇ ਵਿੱਚ ਸਿੱਖ ਗੁਰੂਆਂ ਦਾ ਸਾਂਝੀਵਾਲਤਾ ਦਾ ਸੰਦੇਸ਼, ਪੰਜਾਬ ਦੇ ਸੂਫੀਆਂ, ਭਗਤੀ ਲਹਿਰ ਦੇ ਕਵੀਆਂ, ਪੰਜਾਬ ਦੀ ਨਾਬਰੀ ਦੀ ਪਰੰਪਰਾ ਜਿਹੜੀ ਖਾਲਸੇ ਦੀ ਸਥਾਪਨਾ ਨਾਲ ਹੋਰ ਉਚੇਰੀ ਹੋਈ ਸੀ, ਬੰਦਾ ਬਹਾਦਰ ਦੇ ਸੰਘਰਸ਼ ਨਾਲ, ਔਰ 20ਵੀਂ ਸਦੀ ਦੇ ਸੰਘਰਸ਼ਾਂ ਦੇ ਵਿੱਚ, ਉਸ ਤੋਂ ਪਹਿਲਾਂ ਕੂਕਾ ਲਹਿਰ ਦੇ ਸੰਘਰਸ਼ਾਂ ਦੇ ਵਿੱਚ, ਗਦਰ ਲਹਿਰ ਦੇ ਸੰਘਰਸ਼ਾਂ ਦੇ ਵਿੱਚ, ਔਰ ਪਗੜੀ ਸੰਭਾਲ ਜੱਟਾ, ਜਲਿਆਂਵਾਲਾ ਬਾਗ, ਭਗਤ ਸਿੰਘ ਦੀ ਲਹਿਰ, ਇਹਨਾਂ ਸਾਰੀਆਂ ਲਹਿਰਾਂ ਦਾ ਇੱਕ ਅਦਭੁਤ ਜਿਹੜਾ ਸੰਗਮ ਸੀ, ਉਹ ਸਾਨੂੰ ਕਿਸਾਨ ਸੰਘਰਸ਼ ਦੇ ਵਿੱਚ ਵੇਖਣ ਨੂੰ ਮਿਲਿਆ। ਔਰ ਉਹਦੇ ਵਿੱਚ ਸਾਡੇ ਗਾਇਕਾਂ ਨੇ ਔਰ ਸਾਡੇ ਲੇਖਕਾਂ ਨੇ ਔਰ ਕਵੀਆਂ ਨੇ, ਉਹਨਾਂ ਨੇ ਹਿੱਸਾ ਪਾਇਆ। ਕੋਈ ਸੰਨ 1980 ਦੇ ਲਾਗੇ ਚਾਗੇ ਜਿਹੜਾ ਫਹਿਮੀਦਾ ਰਿਆਜ਼ ਨੇ ਇੱਕ ਕਿਤਾਬ ਲਿਖੀ ਸੀ ਕਿ ਕਿਆ ਤੁਮ ਪੂਰਾ ਚਾਂਦ ਨਹੀਂ ਦੇਖੋਗੇ, ਆਪਣੇ ਲਹਿੰਦੇ ਪੰਜਾਬ ਜਾਂ ਪਾਕਿਸਤਾਨ ਦੇ ਸੰਦਰਭ ਵਿੱਚ, ਕਿ ਜਦੋਂ ਉੱਥੇ ਜਿਹੜਾ ਹੀ ਫੌਜੀ ਡਿਕਟੇਟਰਾਂ ਕਰਕੇ ਜਿਹੜਾ ਇੰਨਾ ਉਦਾਸੀ ਦਾ ਆਲਮ ਸੀ ਕਿ ਅਤੇ ਉਹਨੇ ਅਖੀਰ 'ਚ ਲਿਖਿਆ ਸੀ ਕਿ ਮੈਂ ਤੇ ਤੁਹਾਡੀ ਢਾਡੀ ਸਾਂ। ਉਹਨੇ ਲੜਨ ਵਾਲੇ ਲੋਕਾਂ ਬਾਰੇ ਲਿਖਿਆ ਸੀ ਕਿ ਲੜਨਾ ਤੁਸੀਂ ਹੈ, ਕਿ ਜਿਹੜਾ ਤੁਸੀਂ ਜਿਹੜਾ ਹਰਾਵਲ ਦਸਤਾ ਹੈ ਉਹਨੇ ਜਿਹੜਾ ਅੱਗੇ ਜਾਣਾ ਹੈ, ਅਤੇ ਮੈਂ ਤਾਂ ਸਿਰਫ ਢਾਡੀ ਸਾਂ, ਅਤੇ ਮੈਂ ਤਾਂ ਸਿਰਫ ਤੁਹਾਡੇ ਗੀਤ ਗਾਉਣੇ ਸੀ। ਅਤੇ ਪੰਜਾਬ ਦੇ ਗਾਇਕਾਂ ਨੇ, ਪੰਜਾਬ ਦੇ ਲੇਖਕਾਂ ਨੇ, ਪੰਜਾਬ ਦੇ ਕਵੀਆਂ ਨੇ ਪੰਜਾਬ ਦੇ ਸੰਘਰਸ਼ੀ ਲੋਕਾਂ ਦੇ ਗੀਤ ਗਾਏ ਹੈ। ਔਰ ਸੁਰਜੀਤ ਪਾਤਰ ਹੋਣਾ ਦੀ ਆਵਾਜ਼ ਇਹਦੇ ਵਿੱਚ ਬਹੁਤ ਬੁਲੰਦ ਰਹੀ ਹੈ, ਸਭ ਤੋਂ ਬੁਲੰਦ ਆਵਾਜ਼ ਹੈ। ਔਰ ਉਹਨਾਂ ਦੀ ਜਿਹੜੀ ਕਵਿਤਾ ਹੈ ਜਿਹਦੇ ਨਾਂ 'ਤੇ ਇਸ ਕਿਤਾਬ ਦਾ ਨਾਂ ਹੈ, ਇਹ ਬਾਤ ਮੇਰੀ ਇੰਨੀ ਹੀ ਨਹੀਂ, ਇੱਕ ਤਰ੍ਹਾਂ ਦੀ ਕਲਾਸਿਕ ਕਵਿਤਾ ਹੈ। ਅਤੇ ਮੈਂ ਉਹਨਾਂ ਨੂੰ ਇਹ ਕਹਾਂਗਾ, ਇਹ ਬੇਨਤੀ ਕਰਾਂਗਾ ਕਿ ਕਵਿਤਾ ਸਾਡੇ ਪਾਤਰਾਂ ਨੂੰ, ਸਾਡੇ ਪਾਠਕਾਂ ਨੂੰ ਜਿਹੜੀ ਹੈ ਉਹ ਪੜ੍ਹ ਕੇ ਸੁਣਾਉਣ। ਹਾਂਜੀ। ਸੋ ਇੱਕ ਪੈਰਾ ਮੈਂ ਦੂਜੀ ਮੇਰੀ ਕਵਿਤਾ ਜਿਹੜੀ ਸੀ ਉਹਦਾ ਸ਼ੁਰੂ ਕਰਦੇ, ਜਿੱਦਾਂ ਕਿ ਮੈਂ ਲਿਖਿਆ ਸੀ ਕਿ ਹੈ ਜਿੱਥੋਂ ਤੱਕ ਨਜ਼ਰ ਜਾਂਦੀ ਅਤੇ ਜਿੱਥੋਂ ਤੱਕ ਨਹੀਂ ਜਾਂਦੀ, ਹੈ ਜਿੱਥੋਂ ਤੱਕ ਨਜ਼ਰ ਜਾਂਦੀ ਅਤੇ ਜਿੱਥੋਂ ਤੱਕ ਨਹੀਂ ਜਾਂਦੀ, ਇਹਦੇ ਵਿੱਚ ਲੋਕ ਸ਼ਾਮਲ ਨੇ। ਜਿਵੇਂ ਤੁਸੀਂ ਕਿਹਾ ਕਿ ਕਿੰਨਾ ਕੁਛ ਸ਼ਾਮਲ ਸੀ, ਮਿਠਾਸ ਵੀ, ਇਹਦੇ ਵਿੱਚ ਲੋਕ ਸ਼ਾਮਲ ਨੇ, ਇਹਦੇ ਵਿੱਚ ਲੋਕ ਅਤੇ ਸੁਰਲੋਕ ਅਤੇ ਤ੍ਰੈਲੋਕ ਸ਼ਾਮਲ ਨੇ। ਇਹ ਮੇਲਾ ਹੈ, ਇਹਦੇ ਵਿੱਚ ਧਰਤ ਸ਼ਾਮਲ, ਬਿਰਖ ਪਾਣੀ ਪੌਣ ਸ਼ਾਮਲ ਨੇ, ਇਹਦੇ ਵਿੱਚ ਸਾਡੇ ਹਾਸੇ ਹੰਝੂ ਸਾਡੇ ਗਾਉਣ ਸ਼ਾਮਲ ਨੇ, ਅਤੇ ਤੈਨੂੰ ਕੁਝ ਪਤਾ ਹੀ ਨਹੀਂ ਇਹਦੇ ਵਿੱਚ ਕੌਣ ਸ਼ਾਮਲ। ਇਹਦੇ ਵਿੱਚ
ਸਾਰੀ ਲੁਕਾਈ ਸੋ ਇੱਕ ਸ਼ਾਮਲ ਲਾਈਕ ਇਹਦੇ ਵਿੱਚ ਪੁਰਖਿਆਂ ਦਾ ਰੰਗਲਾ ਇਤਿਹਾਸ ਸ਼ਾਮਲ ਹੈ, ਇਹਦੇ ਵਿੱਚ ਲੋਕ ਮਨ ਦਾ ਸਿਰਜਿਆ ਮਿਥਾਸ ਸ਼ਾਮਲ ਹੈ, ਇਹਦੇ ਵਿੱਚ ਸਿਦਕ ਸਾਡਾ ਸਬਰ ਸਾਡੀ ਆਸ ਸ਼ਾਮਲ ਹੈ, ਇਹਦੇ ਵਿੱਚ ਸ਼ਬਦ ਸੁਰਤੀ ਧੁਨ ਅਤੇ ਅਰਦਾਸ ਸ਼ਾਮਲ ਹੈ, ਤੇ ਤੈਨੂੰ ਕੁਝ ਪਤਾ ਹੀ ਨਹੀਂ ਇਹਦੇ ਵਿੱਚ ਕੌਣ ਸ਼ਾਮਲ। ਪੜ੍ਹਦੇ ਹੋ ਜੇ ਪੜ੍ਹਨੀ। ਸੋ ਇਹਦੇ ਵਿੱਚ ਵੀ ਮੈਂ ਇੱਕ ਦੋ ਦੇ ਹੋਰ ਪੜ੍ਹਨਾ ਕਿ ਮੈਂ ਲਿਖਿਆ ਕਿ ਜੋ ਵਿਛੜੇ ਸਨ ਬਹੁਤ ਚਿਰ ਦੇ ਤੇ ਸਾਰੇ ਸੋਚਦੇ ਸਨ ਉਹ ਗਏ ਕਿੱਥੇ। ਜੋ ਵਿਛੜੇ ਚੰਦ ਜੋ ਵਿਛੜੇ ਸਨ ਬਹੁਤ ਚਿਰ ਦੇ ਤੇ ਸਾਰੇ ਸੋਚਦੇ ਸਨ ਉਹ ਗਏ ਕਿੱਥੇ। ਉਹ ਸਾਡਾ ਹੌਸਲਾ ਅਪਣੱਤ ਉਹ ਜ਼ਿੰਦਾ ਦਿਲੀ ਪੌਰਖ ਗੁਰਾਂ ਦੀ ਓਟ ਦਾ ਵਿਸ਼ਵਾਸ ਭਲਾ ਮੋਏ ਤੇ ਵਿਛੜੇ ਕੌਣ ਮੇਲੇ ਕਰੇ ਰਾਜ਼ੀ ਸਾਡਾ ਜੀ ਤੇ ਜਾਮਾ। ਗੁਰਾਂ ਦੀ ਮਿਹਰ ਹੋਈ ਮੋਜਜ਼ਾ ਹੋਇਆ ਉਹ ਸਾਰੇ ਮਿਲ ਪਏ ਆ ਕੇ ਸੀ ਬਿਰਥਾ ਜਾ ਰਿਹਾ ਜੀਵਨ ਕਿ ਅੱਜ ਲੱਗਦਾ ਜਨਮ ਹੋਇਆ ਸੁਹੇਲਾ ਹੈ ਇਹ ਮੇਲਾ ਹੈ। ਔਰ ਇਹ ਜਮਹੂਰੀਅਤ ਦਾ ਮੇਲਾ ਸੀ, ਇਹ ਸਾਂਝੀਵਾਲਤਾ ਦਾ ਮੇਲਾ ਸੀ ਜਿਹੜਾ ਸਾਰੀ ਲੁਕਾਈ ਨਹੀਂ ਵੇਖਿਆ। ਤੇ ਨੌਮ ਚਮਸਕੀ ਵਰਗੇ ਚਿੰਤਕ ਨੇ ਉਸ ਵੇਲੇ ਕਿਹਾ ਕਿ ਇਹਨਾਂ ਹਨੇਰੇ ਸਮਿਆਂ ਵਿੱਚ ਇਹ ਇੱਕ ਚਾਨਣ ਬਣਾ ਰਿਹਾ ਹੈ। ਬਿਲਕੁਲ। ਸੋ ਇਹ ਬਹੁਤ ਵੱਡੀ ਸਮਝ ਲਓ ਕਿ ਜਿਸ ਤਰ੍ਹਾਂ ਕਿਸੇ ਵੇਲੇ C.F. ਐਂਡਰਿਊਜ਼ ਦਾ ਮੈਂ ਪੜ੍ਹ ਰਿਹਾ ਸੀਗਾ ਕਿ ਜਿਹੜੇ ਗੁਰਦੁਆਰਾ ਸੁਧਾਰ ਲਹਿਰ ਵੇਲੇ ਹਾਂਜੀ ਉਹਨੇ ਗੁਰੂ ਕੇ ਬਾਗ 'ਚ ਜਿਸ ਤਰ੍ਹਾਂ ਸਿੰਘ ਜਾ ਕੇ ਸ਼ਹੀਦ ਹੁੰਦੇ ਸੀ ਸ਼ਾਂਤਮਈ ਸੂਰਬੀਰਤਾ ਨਾਲ ਭਰੇ ਹੋਏ, ਤੇ ਉਹ ਕਹਿੰਦਾ ਮੈਂ ਇੱਥੇ ਸਲੀਬ ਦੀ ਈਸਾ ਦੀ ਸਲੀਬ ਦੀ ਸ਼ੈਡੋ ਦੇਖੀ ਛਾਂ ਦੇਖੀ। ਤਾਂ ਇੱਕ ਤਰ੍ਹਾਂ ਪੂਰੀ ਦੁਨੀਆ ਵਿੱਚ ਉਸ ਚੀਜ਼ ਦਾ ਇਸੇ ਤਰ੍ਹਾਂ ਹੁਣ ਹੋਇਆ ਕਿ ਮਤਲਬ ਇੱਕ ਇਹੋ ਜਿਹੀ ਲਹਿਰ ਜਿਹਦੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਨੌਮ ਚਮਸਕੀ ਵਰਗਾ ਦਾਨਸ਼ਵਰ ਜਿਹਦੇ ਵੱਲ ਇੰਨੀ ਆਸ ਭਰੀਆਂ ਨਿਗਾਹਾਂ ਨਾਲ ਵੱਲ ਦੇਖ ਰਿਹਾ, ਤਾਂ ਸਾਡੇ ਲਈ ਬੜੀ ਗੌਰਵ ਅਤੇ ਮਾਣ ਵਾਲੀ ਗੱਲ ਸੀ। ਤਾਂ ਮੈਂ ਉਹ ਨਜ਼ਮ ਇਹ ਬਾਤ ਮੇਰੀ ਇੰਨੀ ਹੀ ਨਹੀਂ ਉਹ ਤੁਹਾਡੀ ਖਿਦਮਤ 'ਚ ਪੇਸ਼ ਕਰਦਾ ਕਿ ਇਹ ਬਾਤ ਮੇਰੀ ਇੰਨੀ ਹੀ ਨਹੀਂ ਨਾ ਇਹ ਮਸਲਾ ਸਿਰਫ ਕਿਸਾਨ ਦਾ ਏ, ਇਹ ਪਿੰਡ ਦੇ ਵਸਦੇ ਰਹਿਣ ਦਾ ਏ ਜਿਹਨੂੰ ਤੌਖਲਾ ਉੱਜੜ ਜਾਣਦਾ ਏ। ਉਂਝ ਤਾਂ ਇਹ ਚਿਰਾਂ ਦਾ ਉੱਜੜ ਰਿਹਾ, ਕੋਈ ਅੱਜ ਨਹੀਂ ਉੱਜੜਨ ਲੱਗਿਆ ਏ। ਇਹਨੂੰ ਗੈਰਾਂ ਨੇ ਵੀ ਲੁੱਟਿਆ ਏ ਅਤੇ ਆਪਣਿਆਂ ਵੀ ਠੱਗਿਆ ਏ। ਇਹਦਾ ਮਨ ਪਿੰਡੇ ਤੋਂ ਵੱਧ ਜ਼ਖਮੀ ਦੁੱਖ ਰੂਹ ਤੋਂ ਵਿਛੜ ਜਾਣਦਾ ਏ। ਇਹ ਬਾਤ ਮੇਰੀ ਇੰਨੀ ਹੀ ਨਹੀਂ। ਜਿਸ ਗੁਰੂ ਦੇ ਨਾਮ 'ਤੇ ਜਿਉਂਦਾ ਏ ਉਸ ਦੇ ਪੈਗਾਮ ਨੂੰ ਵਿਸਰ ਗਿਆ। ਇੱਕ ਘੁਰਾ ਸ਼ਬਦ ਦਾ ਨਿਕਲ ਗਿਆ, ਇਹਦੀ ਸੁਰਤ ਦਾ ਤਾਣਾ ਉਧੜ ਗਿਆ। ਇਹ ਵੇਲਾ ਸੱਜਰੀ ਬੁਣਤੀ ਵਿੱਚ ਸ਼ਬਦਾਂ ਦੇ ਬੂਟੇ ਪਾਣ ਦਾ ਏ। ਇਹ ਬਾਤ ਮੇਰੀ ਇੰਨੀ ਹੀ ਨਹੀਂ। ਇਹ ਬਾਤ ਮੇਰੀ ਖੇਤਾਂ ਦੀ ਨਹੀਂ, ਇਹ ਬਾਤ ਤਾਂ ਸਫ਼ਿਆਂ ਦੀ ਵੀ ਹੈ। ਅੱਖਰ ਨੇ ਜਿਨ੍ਹਾਂ 'ਤੇ ਬੀਜਾਂ ਜਿਹੇ ਉਹਨਾਂ ਸੱਚ ਦੇ ਫਲਸਫਿਆਂ ਦੀ ਵੀ ਹੈ। ਮੈਨੂੰ ਫਿਕਰ ਲਾਲੋ ਦੇ ਕੋਧਰੇ ਦਾ, ਤੈਨੂੰ ਭਾਗੋ ਦੇ ਪਕਵਾਨ ਦਾ ਏ। ਇਹ ਬਾਤ ਮੇਰੀ ਇੰਨੀ। ਆਖੀ ਸੀ ਕਦੇ ਇੱਕ ਪੁਰਖੇ ਨੇ, ਉਹ ਬਾਤ ਅਜੇ ਤੱਕ ਹੈ ਸੱਜਰੀ। ਆਖੀ ਸੀ ਕਦੇ ਇੱਕ ਪੁਰਖੇ ਨੇ, ਉਹ ਬਾਤ ਅਜੇ ਤੱਕ ਹੈ ਸੱਜਰੀ। ਨਹੀਂ ਕੰਮ ਥਕਾਉਂਦਾ ਬੰਦੇ ਨੂੰ ਥਕਾਉਂਦੀ ਬੇਕਦਰੀ। ਇਹ ਦੁੱਖ ਉਸੇ ਬੇਕਦਰੀ ਦਾ, ਇਹ ਸੱਲ ਉਸੇ ਅਪਮਾਨ ਦਾ ਏ। ਇਹ ਬਾਤ ਮੇਰੀ ਇੰਨੀ ਹੀ। ਕਿਉਂ ਧੀ ਕਿਸੇ ਕਿਰਤੀ ਕੰਮੀ ਦੀ, ਉਹਨਾਂ ਦੀ ਖਾਤਰ ਧੀ ਹੀ ਨਹੀਂ। ਜੋ ਪੁੱਤ ਨੇ ਡਾਢਿਆਂ ਦੇ ਜਾਏ, ਉਹਨਾਂ ਦੀ ਕਿਤੇ ਪੇਸ਼ੀ ਹੀ ਨਹੀਂ। ਤੂੰ ਡਰ ਉਹਨਾਂ ਦੀ ਅਦਾਲਤ 'ਚੋਂ ਜਿੱਥੇ ਹੋਣਾ ਅਦਲ ਈਮਾਨ ਦਾ ਏ। ਇਹ ਬਾਤ ਮੇਰੀ ਇੰਨੀ ਹੀ ਨਹੀਂ। ਤੇਰੇ ਨਾਲ ਅਮੀਰ ਵਜ਼ੀਰ ਖੜੇ, ਮੇਰੇ ਨਾਲ ਪੈਗੰਬਰ ਪੀਰ ਖੜੇ। ਰਵਿਦਾਸ ਫਰੀਦ ਕਬੀਰ ਖੜੇ, ਮੇਰੇ ਨਾਨਕ ਸ਼ਾਹ ਫਕੀਰ ਖੜੇ। ਮੇਰਾ ਨਾਮਦੇਵ ਮੇਰਾ ਧੰਨਾ ਵੀ, ਮੈਨੂੰ ਮਾਣ ਆਪਣੀ ਇਸ ਸ਼ਾਨ ਦਾ ਏ। ਇਹ ਬਾਤ ਮੇਰੀ ਇੰਨੀ ਹੀ ਨਹੀਂ। ਤੂੰ ਆਖਦਾ ਹੁਣ ਆਜ਼ਾਦ ਹਾਂ ਮੈਂ, ਮੇਰੀਆਂ ਜ਼ੰਜੀਰਾਂ ਟੁੱਟ ਰਹੀਆਂ। ਇਹ ਮੇਰੀਆਂ ਜੜ੍ਹਾਂ ਨੇ ਸਾਹਿਬ ਜੀ, ਜਿਨ੍ਹਾਂ ਨੂੰ ਮਸ਼ੀਨਾਂ ਪੁੱਟ ਰਹੀਆਂ। ਇੱਕ ਪਾਸੇ ਦੈਂਤ ਹੈ ਆਬੜਿਆ, ਇੱਕ ਪਾਸੇ ਦੁੱਖ ਇਨਸਾਨ ਦਾ ਏ। ਇਹ ਬਾਤ ਮੇਰੀ ਇੰਨੀ ਹੀ ਨਹੀਂ। ਇਹ ਕਣਕ ਤੇ ਧਾਨ ਦੀ ਗੱਲ ਹੀ ਨਹੀਂ, ਇਹ ਅਣਖ ਤੇ ਆਣ ਦੀ ਗੱਲ ਵੀ ਹੈ। ਕੀ ਹਾਲ ਹੈ ਕਿੰਝ ਗੁਜ਼ਰਦੀ ਹੈ, ਇਹ ਮੋਹ ਤੇ ਮਾਣ ਦੀ ਗੱਲ ਵੀ ਹੈ। ਜੋ ਆਪਣਾ ਹੁੰਦਾ ਪੁੱਛਦਾ ਏ, ਕੀ ਦੁੱਖ ਦਾ ਮੇਰੀ ਜਾਨ ਦਾ ਏ। ਇਹ ਬਾਤ ਮੇਰੀ ਇੰਨੀ ਹੀ ਨਹੀਂ। ਮੈਂ ਜਾਗਿਆ ਹਾਂ ਬੜੀ ਦੇਰੀ ਨਾਲ, ਮੇਰੀ ਟੁੱਟੀ ਏ ਨੀਂਦ ਹਨੇਰੀ ਨਾਲ। ਮੇਰੇ ਸੁੱਤਿਆਂ ਤੁਰ ਗਿਆ ਏ, ਮੇਰਾ ਕੀ ਕੁਛ ਗਫਲਤ ਮੇਰੀ ਨਾਲ। ਉਹ ਜੋ ਇਸ ਦੇ ਮਗਰੇ ਆਉਂਦਾ ਏ, ਮੈਨੂੰ ਫਿਕਰ ਤਾਂ ਉਸ ਤੂਫਾਨ ਦਾ ਏ। ਇਹ ਬਾਤ ਮੇਰੀ ਇੰਨੀ ਨਹੀਂ। ਜਿਸ ਦੀ ਸਰਕਾਰ ਵੀ ਜ਼ਰ ਖਰੀਦ, ਕਿੰਨੇ ਅਖਬਾਰ ਵੀ ਜ਼ਰ ਖਰੀਦ। ਇਹ ਚੈਨਲ ਵੈਨਲ ਐਂਕਰ ਵੀ, ਮੰਡਲ ਵਪਾਰ ਵੀ ਜ਼ਰ ਖਰੀਦ। ਇਹ ਮਸਲਾ ਮਾਇਆ ਧਾਰੀਆਂ ਦੇ ਜੰਜਾਲ 'ਚ ਫਸੇ ਜਹਾਨ ਦਾ ਹੈ। ਇਹ ਬਾਤ ਮੇਰੀ ਇੰਨੀ ਹੀ ਨਹੀਂ।
ਤੇਰੇ ਕੋਲ ਤਾਂ 4 ਸਿਆੜ ਨਹੀਂ, ਤੂੰ ਇੱਥੇ ਕਿੱਥੇ ਫਿਰਦਾ ਏ। ਤੇਰੀ ਗੁੰਮਰਾਹੀ ਸਿਰੇ ਦੀ ਹੈ, ਐਵੇਂ ਕਮਲਾ ਹੋਇਆ ਫਿਰਦਾ ਏ। ਜੀ ਮੈਂ ਚੇਲਾ ਹਾਂ ਉਸ ਕੁਰਾਈਏ ਦਾ, ਜਿਹਦਾ ਥਾਲ ਪੂਰੇ ਅਸਮਾਨ ਦਾ ਏ। ਇਹ ਬਾਤ ਮੇਰੀ ਇੰਨੀ ਹੀ ਨਹੀਂ। ਔਰ ਆਖਰੀ ਇਹਦਾ ਬਣਦਾ ਕਿ ਵਾਹ ਪਾਤਰ ਤੂੰ ਵੀ ਇੱਥੇ ਹੈ, ਤੇਰੀ ਕਿਸ ਜ਼ਮੀਨ ਨੂੰ ਖਤਰਾ ਹੈ। ਮੇਰੇ ਬੋਲਾਂ ਨੂੰ, ਮੇਰੀ ਕਵਿਤਾ ਨੂੰ, ਮੇਰੀ ਸੁਰ ਜ਼ਮੀਨ ਨੂੰ ਖਤਰਾ ਹੈ। ਮੇਰਾ ਹਰਫ ਹਰਫ ਤੇਰੀ ਜ਼ਦ ਵਿੱਚ ਹੈ, ਮੇਰਾ ਮਸਲਾ ਉਹਨੂੰ ਬਚਾਉਣ ਦਾ ਏ। ਇਹ ਬਾਤ ਮੇਰੀ ਇੰਨੀ ਹੀ ਨਹੀਂ। ਇਹ ਸੀ ਪਾਤਰ ਹੋਣਾ ਦੀ ਇਹ ਬੇਮਿਸਾਲ ਕਵਿਤਾ, ਜਿਹਦੇ ਵਿੱਚ ਉਹ ਕਹਿੰਦੇ ਨੇ, ਤੇਰੇ ਨਾਲ ਅਮੀਰ ਵਜ਼ੀਰ ਖੜੇ, ਮੇਰੇ ਨਾਲ ਪੈਗੰਬਰ ਪੀਰ ਖੜੇ, ਰਵਿਦਾਸ ਫਰੀਦ ਕਬੀਰ ਖੜੇ, ਮੇਰੇ ਨਾਨਕ ਸ਼ਾਹ ਫਕੀਰ ਖੜੇ, ਮੇਰਾ ਨਾਮਦੇਵ ਮੇਰਾ ਧੰਨਾ ਵੀ, ਮੈਨੂੰ ਮਾਣ ਆਪਣੀ ਇਹ ਸ਼ਾਨ ਦਾ ਏ। ਇਹ ਬਾਤ ਮੇਰੀ ਇੰਨੀ ਹੀ ਨਹੀਂ, ਮੈਨੂੰ ਮਾਣ ਆਪਣੀ ਇਸ ਸ਼ਾਨ ਦਾ ਏ। ਇਹ ਕਿਸਾਨ ਅੰਦੋਲਨ ਪੰਜਾਬੀਆਂ ਦੀ ਸ਼ਾਨ ਹੋ ਨਿਬੜਿਆ, ਪੰਜਾਬੀਆਂ ਦੀ ਨਾਬਰੀ ਦੀ ਰਵਾਇਤ ਦੀ ਇੱਕ ਹੋਰ ਨਵੀਂ ਸਿਖਰ ਹੋ ਨਿਬੜਿਆ। ਅਤੇ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਵਰ੍ਹਿਆਂ ਵਿੱਚ, ਆਉਣ ਵਾਲੇ ਸਮਿਆਂ ਦੇ ਵਿੱਚ ਪੰਜਾਬ ਆਪਣੀ ਇਸ ਸੁਰ ਨੂੰ ਕਾਇਮ ਰੱਖੇਗਾ। ਅਤੇ ਤੁਸੀਂ ਹੋਰ ਕੁਛ ਕਹਿਣਾ ਚਾਹੋ? ਮੈਂ ਬਸ ਇਹਦਾ ਇੱਕ ਹਾਂਜੀ। ਹਾਂਜੀ ਜਿਹੜੀ ਸਮਝ ਲਓ ਕਿ ਉਸ ਫਤਿਹ ਦੇ ਐਲਾਨ ਤੋਂ ਪਹਿਲਾਂ ਮੈਂ ਇੱਕ ਕਵਿਤਾ ਲਿਖੀ ਸੀ। ਉਹਦਾ ਇੱਕ ਬੰਦ ਸੀਗਾ ਕਿ ਭਾਵੇਂ ਸਾਰੀ ਪੜ੍ਹ ਦਿਓ, ਸਾਰੀ ਛੋਟੀ ਕਵਿਤਾ। ਉਹ ਮਤਲਬ ਉਹ ਇੱਦਾਂ ਸੀ ਕਿ ਮਸਲਾ ਇਹ ਨਹੀਂ ਕਿ ਇਹ ਸ਼ਖਸ ਜਿੱਤਦਾ ਹੈ ਕਿ ਉਹ ਜਿੱਤਦਾ ਹੈ, ਇਹ ਪਾਰਟੀ ਜਿੱਤਦੀ ਹੈ ਕਿ ਉਹ ਪਾਰਟੀ ਜਿੱਤਦੀ ਹੈ। ਮਸਲਾ ਇਹ ਹੈ ਕਿ ਖੇਤਾਂ ਵੱਲ ਵਧੀਆਂ ਆਉਂਦੀਆਂ ਦਿਓ ਕਦ ਮਸ਼ੀਨਾਂ ਜਿੱਤਦੀਆਂ ਹਨ ਕਿ ਇਨਸਾਨ ਜਿੱਤਦਾ ਹੈ। ਉਪਜ ਨੂੰ ਆਪਣੇ ਗੁਦਾਮਾਂ ਵਿੱਚ ਮੁਨਾਫੇ ਲਈ ਕੈਦ ਕਰਨ ਵਾਲੇ ਆਰਥਿਕ ਰਾਖਸ਼ ਜਿੱਤਦੇ ਹਨ ਕਿ ਫਸਲਾਂ ਦਾ ਬਾਬਲ ਕਿਸਾਨ ਜਿੱਤਦਾ ਹੈ। ਜ਼ਹਿਰੀਲੀ ਫਿਰਕਾ ਪ੍ਰਸਤੀ ਜਿੱਤਦੀ ਹੈ ਕਿ ਲੋਕਾਂ ਦਾ ਆਪਸੀ ਪਿਆਰ ਅਤੇ ਮੋਹ ਮਾਣ ਜਿੱਤਦਾ ਹੈ। ਸਿਆਸੀ ਨੇਤਾਵਾਂ ਦੇ ਕੂੜੇ ਬਿਆਨ ਜਿੱਤਦੇ ਹਨ ਕਿ ਸ਼ਾਇਰ ਦਾ ਦੀਵਾਨ ਜਿੱਤਦਾ ਹੈ। ਹਿੰਦੁਸਤਾਨ ਦਾ ਹਾਕਮ ਜਿੱਤਦਾ ਹੈ ਕਿ ਹਿੰਦੁਸਤਾਨ ਜਿੱਤਦਾ ਹੈ। ਰੂਹ 'ਚੋਂ ਆਵਾਜ਼ ਆਉਂਦੀ ਹੈ, ਇਹ ਨਫ਼ਰਤ ਹਾਰ ਜਾਵੇਗੀ ਅਤੇ ਮੋਹ ਮਾਣ ਜਿੱਤੇਗਾ, ਇਹ ਹਾਕਮ ਹਾਰ ਜਾਵੇਗਾ ਅਤੇ ਹਿੰਦੁਸਤਾਨ ਜਿੱਤੇਗਾ। ਬਿਲਕੁਲ। ਅਤੇ ਇੱਕ ਆਖਰੀ ਜਿਹੜੇ ਲੰਬੀ ਕਵਿਤਾ 'ਚੋਂ ਮੈਂ ਲਿਖੀ ਸੀ ਕਿ ਅਸੀਂ ਹੁਣ ਮੁੜ ਨਹੀਂ ਸਕਦੇ, ਕਿ ਇੱਕ ਵਾਰ ਇੱਦਾਂ ਆ ਗਿਆ ਸੀ ਵੀ ਮੁੜਨ, ਅਤੇ ਮੈਂ ਉਹ ਇੱਦਾਂ ਸੋਚੀ ਕਿ ਅਸੀਂ ਹੁਣ ਮੁੜ ਨਹੀਂ ਸਕਦੇ। ਅਸੀਂ ਇੱਕ ਬਣ ਰਹੀ ਸੋਹਣੀ ਜਿਹੀ ਕਵਿਤਾ 'ਚ ਸ਼ਾਮਲ ਹੋਣ ਵਾਲੇ ਲਫ਼ਜ਼ ਹਾਂ ਯਾਰੋ, ਅਸੀਂ ਹੁਣ ਥੁੜ ਨਹੀਂ ਸਕਦੇ। ਅਸੀਂ ਹੁਣ ਮੁੜ ਗਏ ਤਾਂ ਫੇਰ ਇੱਧਰ ਕੌਣ ਆਵੇਗਾ, ਮਿਸਾਲ ਉਹ ਦੇਵੇਗਾ ਸਾਡੀ ਅਤੇ ਪਿੱਛੇ ਪਰਤ ਜਾਵੇਗਾ। ਪਰਿੰਦੇ ਹਾਂ ਅਸੀਂ, ਪੈਗਾਮ ਲੈ ਕੇ ਜਾ ਰਹੇ ਹਾਂ, ਸੁਨੇਹਾ ਪੁਰਖਿਆਂ ਦਾ ਵਾਰਸਾਂ ਤੀਕਰ ਪਹੁੰਚਾਉਣਾ ਹੈ, ਅਸਾਂ ਤਾਂ ਦੂਰ ਜਾਣਾ ਹੈ। ਸੁਨੇਹਾ ਰਾਹ 'ਚ ਸੁੱਟ ਕੇ ਹੁਣ ਪਿਛਾਂ ਵੱਲ ਉੜ ਨਹੀਂ ਸਕਦੇ, ਅਸੀਂ ਹੁਣ ਮੁੜ ਨਹੀਂ ਸਕਦੇ। ਅਸੀਂ ਵੀ ਮੁੜ ਗਏ ਤਾਂ, ਅਸੀਂ ਹੁਣ ਮੁੜ ਗਏ ਤਾਂ ਫਿਰ ਤਾਂ ਸਮਝੋ ਮੁੜ ਗਿਆ ਇਤਿਹਾਸ ਪਿੱਛੇ ਵੱਲ। ਜਿੱਤ ਗਈ ਹਉਮੈ ਅਤੇ ਨਫ਼ਰਤ ਦੀ ਸਿਆਸਤ, ਜਿੱਤ ਗਏ ਕਾਤਲ ਮਨੁੱਖ ਦਾ ਦੇ। ਅਸੀਂ ਹੁਣ ਮੁੜ ਗਏ ਤਾਂ ਫਿਰ ਤਾਂ ਸਮਝੋ ਡੁੱਬ ਗਿਆ ਸੂਰਜ ਉਮੀਦਾਂ ਦਾ, ਚੰਦਰਮਾ ਸੱਚ ਵਾਲਾ ਢਲ ਗਿਆ ਅਤੇ ਬੁਝ ਗਏ ਤਾਰੇ ਉਡੀਕਾਂ ਦੇ, ਅਤੇ ਕਵਿਤਾ ਰੌਸ਼ਨੀ ਦੀ। ਇਹ ਕਵਿਤਾ ਰੌਸ਼ਨੀ ਦੀ, ਇਸ ਦੇ ਅੱਖਰ ਹੁਣ ਜੇ ਨਿਖੜ ਗਏ ਦੁਬਾਰਾ ਜੁੜ ਨਹੀਂ ਸਕਦੇ, ਅਸੀਂ ਹੁਣ ਮੁੜ ਨਹੀਂ ਸਕਦੇ। ਔਰ ਇਤਿਹਾਸ ਗਵਾਹ ਹੈ ਕਿ ਪੰਜਾਬ ਦੇ ਕਿਸਾਨ, ਹਰਿਆਣੇ ਦੇ ਕਿਸਾਨ, ਉੱਤਰ ਪ੍ਰਦੇਸ਼ ਦੇ ਕਿਸਾਨ ਉਹ ਮੁੜੇ ਨਹੀਂ। ਉਹਨਾਂ ਨੇ ਆਪਣੇ ਜਿੱਤ ਦਾ ਜਿਹੜਾ ਪਰਚਮ ਸੀ ਉਹ ਲਹਿਰਾਇਆ। ਔਰ ਜਿੱਦਾਂ ਪਾਤਰ ਹੋਣਾ ਨੇ ਕਿਹਾ ਹੈ, ਉਹਨਾਂ ਨੇ ਸੰਘਰਸ਼ ਦੀ ਕਵਿਤਾ ਲਿਖੀ, ਔਰ ਉਸ ਸੰਘਰਸ਼ ਦੀ ਕਵਿਤਾ ਲਈ ਉਹ ਸਾਰੇ ਮੁਬਾਰਕ ਦੇ ਹੱਕਦਾਰ ਨੇ। ਔਰ ਉਹਨਾਂ ਨੇ ਪੰਜਾਬ ਨੂੰ ਨਵੀਂ ਆਸ ਦਿੱਤੀ ਹੈ, ਉਹਨਾਂ ਨੇ ਪੰਜਾਬੀਅਤ ਦੀ ਨਵੀਂ ਬਾਤ ਪਾਈ ਹੈ। ਮੈਂ ਇਸੇ ਦੇ ਨਾਲ ਹੀ ਸੁਰਜੀਤ ਪਾਤਰ ਹੋਣਾ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਇਹ ਇਤਫਾਕ ਦੀ ਗੱਲ ਜੇ ਉਹ ਅੱਜ ਇੱਥੇ ਆਏ ਅਤੇ ਅਸੀਂ ਉਹਨਾਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ। ਉਹ ਦੁਬਾਰਾ ਆਉਂਦੇ ਰਹਿਣ, ਔਰ ਸਾਨੂੰ ਜਿਹੜਾ ਹੈ ਇੱਥੇ ਅਗਲੀ ਵਾਰੀ ਜਿਹੜਾ ਹੈ ਅਸੀਂ ਥੋੜ੍ਹਾ ਜਿਹਾ ਪਲੈਨਡ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਬੈਠਕ ਕਰਾਂਗੇ। ਸੁਰਜੀਤ ਪਾਤਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਇਹ ਕਿਤਾਬ ਹੈ ਸੁਰਜੀਤ ਪਾਤਰ ਹੋਣਾ ਦੀ, ਕਿਸਾਨ ਅੰਦੋਲਨ ਦੇ ਬਾਰੇ। ਠੀਕ ਹੈ।